ਸਤਿ ਸ੍ਰੀ ਅਕਾਲ। ਅੱਜ ਦੇ ਗਿਆਨ ਵਿਚਾਰ ਦੀ ਕਹਾਣੀ ਹੈ ਸਫਲਤਾ ਇਕਾਗਰ ਮਨ ਨਾਲ ਹੀ ਮਿਲ ਸਕਦੀ ਹੈ। ਸਵਾਮੀ ਵਿਵੇਕਾਨੰਦ ਅਤੇ ਪਾਲ ਡਾਇਸਨ ਕੁਝ ਕਿਤਾਬਾਂ ਉੱਤੇ ਗੱਲਬਾਤ ਕਰ ਰਹੇ ਸਨ। ਕਿਸੇ ਕਾਰਨ ਕਰਕੇ ਡਾਇਸਨ ਨੂੰ ਉੱਠ ਕੇ ਬਾਹਰ ਜਾਣਾ ਪਿਆ। ਵਿਵੇਕਾਨੰਦ ਕੋਲ ਪਈ ਕਵਿਤਾ ਦੀ ਬੁੱਕ ਪੜ੍ਹਨ ਲੱਗ ਪਏ। ਥੋੜ੍ਹੀ ਦੇਰ ਬਾਅਦ ਪ੍ਰੋਫੈਸਰ ਡਾਇਸਨ ਆਪਣਾ ਕੰਮ ਖਤਮ ਕਰਕੇ ਵਾਪਸ ਆ ਗਏ, ਪਰ ਵਿਵੇਕਾਨੰਦ ਕਿਤਾਬ ਪੜ੍ਹਨੇ ਵਿੱਚ ਇਸ ਤਰ੍ਹਾਂ ਖੋ ਗਏ ਕਿ ਪ੍ਰੋਫੈਸਰ ਡਾਇਸਨ ਦਾ ਵਾਪਸ ਆ ਜਾਣਾ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ। ਡਾਇਸਨ ਨੂੰ ਲੱਗਿਆ ਕਿ ਵਿਵੇਕਾਨੰਦ ਜਾਣ ਬੁੱਝ ਕੇ ਉਸ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਪੂਰੀ ਕਿਤਾਬ ਪੜ੍ਹਨੇ ਦੇ ਬਾਅਦ ਵਿਵੇਕਾਨੰਦ ਨੇ ਜਦੋਂ ਆਪਣੀ ਗਰਦਨ ਉੱਪਰ ਚੁੱਕੀ ਤਾਂ ਡਾਇਸਨ ਨੂੰ ਇੰਤਜ਼ਾਰ ਕਰਦਾ ਦੇਖਿਆ ਤਾਂ ਬੋਲੇ, ਮਾਫ਼ ਕਰਨਾ, ਮੈਂ ਪੜ੍ਹ ਰਿਹਾ ਸੀ, ਇਸ ਲਈ ਤੁਸੀਂ ਕਦੋਂ ਆਏ ਇਸ ਦਾ ਪਤਾ ਹੀ ਨਹੀਂ ਲੱਗਿਆ। ਸਵਾਮੀ ਵਿਵੇਕਾਨੰਦ ਦੇ ਮਾਫ਼ੀ ਮੰਗਣ ਦੇ ਬਾਵਜੂਦ ਵੀ ਡਾਇਸਨ ਦਾ ਵਹਿਮ ਦੂਰ ਨਹੀਂ ਹੋਇਆ। ਉਸ ਨੂੰ ਇਹੀ ਲੱਗਦਾ ਰਿਹਾ ਕਿ ਵਿਵੇਕਾਨੰਦ ਨੇ ਜਾਣ ਬੁੱਝ ਕੇ ਉਸ ਨੂੰ ਅਣਦੇਖਾ ਕੀਤਾ ਹੈ। ਵਿਵੇਕਾਨੰਦ ਵੀ ਉਸ ਦੇ ਮਨ ਦਾ ਭਾਵ ਜਾਣ ਗਏ। ਉਹਨਾਂ ਨੂੰ ਬਹੁਤ ਦੁੱਖ ਹੋਇਆ। ਡਾਇਸਨ ਨੂੰ ਯਕੀਨ ਦਿਵਾਉਣ ਲਈ ਉਹ ਉਸ ਕਿਤਾਬ ਦੀਆਂ ਕੁਝ ਕਵਿਤਾਵਾਂ ਸੁਣਾਉਣ ਲੱਗੇ, ਪਰ ਇਸ ਦਾ ਵੀ ਉਲਟਾ ਹੀ ਅਸਰ ਹੋਇਆ। ਕਵਿਤਾ ਦੀਆਂ ਲਾਈਨਾਂ ਸੁਣਨ ਦੇ ਬਾਅਦ ਡਾਇਸਨ ਨੇ ਕਿਹਾ, ਲੱਗਦਾ ਹੈ ਤੁਸੀਂ ਇਹ ਕਿਤਾਬ ਪਹਿਲਾਂ ਵੀ ਪੜ੍ਹੀ ਹੈ। ਡਾਇਸਨ ਸੋਚ ਰਹੇ ਸੀ ਕਿ ਪੂਰੇ 200 ਸਫ਼ਿਆਂ ਦੀ ਕਿਤਾਬ ਕੋਈ ਇੰਨੇ ਥੋੜ੍ਹੇ ਸਮੇਂ ਵਿੱਚ ਕਿਸ ਤਰ੍ਹਾਂ ਪੜ੍ਹ ਸਕਦਾ ਹੈ। ਉਹ ਬੋਲੇ, ਕਿਤਾਬ ਦੀਆਂ ਕਵਿਤਾਵਾਂ ਅੱਧੇ ਘੰਟੇ ਵਿੱਚ ਯਾਦ ਹੋ ਜਾਣੀਆਂ ਤਾਂ ਮੁਮਕਿਨ ਨਹੀਂ ਹੈ। ਇਸ ਉੱਤੇ ਸਵਾਮੀ ਵਿਵੇਕਾਨੰਦ ਜੀ ਨੇ ਕਿਹਾ, ਮਿਸਟਰ ਡਾਇਸਨ, ਤੁਹਾਨੂੰ ਇੱਕ ਗੱਲ ਦੱਸਦਾ ਹਾਂ ਕਿ ਜੀਵਨ ਵਿੱਚ ਸਭ ਤੋਂ ਮਹੱਤਵਪੂਰਨ ਹੈ ਇਕਾਗਰਤਾ। ਸਾਡੇ ਕੰਮ ਕਰਨੇ ਵਿੱਚ ਜਿੰਨੀ ਜ਼ਿਆਦਾ ਇਕਾਗਰਤਾ ਹੋਵੇਗੀ, ਸਮਾਂ ਉਨਾ ਹੀ ਘੱਟ ਲੱਗੇਗਾ ਅਤੇ ਕੰਮ ਦਾ ਰਿਜ਼ਲਟ ਵੀ ਉਨਾ ਹੀ ਚੰਗਾ ਹੋਵੇਗਾ। ਵਿਵੇਕਾਨੰਦ ਦੀ ਗੱਲ ਸੁਣ ਕੇ ਡਾਇਸਨ ਸਮਝ ਗਏ ਕਿ ਜੋ ਸੋਚ ਰਹੇ ਸੀ ਉਹ ਠੀਕ ਨਹੀਂ ਸੀ। ਮਨ ਨੂੰ ਇਕਾਗਰ ਕਰਨ ਨਾਲ ਹੀ ਸਫਲਤਾ ਮਿਲ ਸਕਦੀ ਹੈ। ਅਸੀਂ ਇਹ ਕਹਿੰਦੇ ਹਾਂ ਕਿ ਅਸੀਂ ਤਾਂ ਆਪਣੇ ਆਪ ਨੂੰ ਹਾਲਾਤ ਅਨੁਸਾਰ ਹੀ ਢਾਲ ਰਹੇ ਹਾਂ। ਸਾਨੂੰ ਇਹ ਯਾਦ ਰੱਖਣਾ ਹੋਵੇਗਾ ਕਿ ਸਟ੍ਰੈਸ ਇਸ ਇਕੁਅਲ ਟੂ ਪ੍ਰੈਸ਼ਰ ਅਪੋਨ ਮਾਈ ਇਨਰ ਸਟਰੈਂਥ। ਆਪਣੇ ਅੰਦਰ ਸਟ੍ਰੈਸ ਪ੍ਰੈਸ਼ਰ ਨੂੰ ਵਧਾਉਣ ਦਾ ਕੋਈ ਫਾਇਦਾ ਹੀ ਨਹੀਂ ਹੈ, ਕਿਉਂਕਿ ਹਾਲਾਤ ਸਾਡੇ ਆਪਣੇ ਹੱਥ ਵਿੱਚ ਹੀ ਨਹੀਂ ਹੈ। ਜਿੰਨਾ ਮੈਂ ਆਪਣੀ ਇਨਰ ਸਟਰੈਂਥ ਨੂੰ ਵਧਾਵਾਂਗੀ, ਮੇਰੇ ਘਰ ਦੇ ਵਾਤਾਵਰਨ ਵੀ ਸ਼ਕਤੀਸ਼ਾਲੀ ਬਣਦਾ ਜਾਵੇਗਾ ਅਤੇ ਪਰਿਵਾਰ ਵਿੱਚ ਉਨੀ ਹੀ ਸਟ੍ਰੈਸ ਘਟਦੀ ਜਾਵੇਗੀ। ਜਦੋਂ ਹਾਲਾਤ ਥੋੜ੍ਹੇ ਵਿਗੜ ਜਾਂਦੇ ਹਨ, ਆਪਣੇ ਪ੍ਰੈਸ਼ਰ ਅਤੇ ਸਟ੍ਰੈਸ ਨੂੰ ਨਹੀਂ ਵਧਾਉਣਾ, ਆਪਣੀਆਂ ਸ਼ਕਤੀਆਂ ਨੂੰ ਵਧਾਉਣਾ ਹੈ ਅਤੇ ਮਨ ਇਕਾਗਰ ਹੋ ਜਾਵੇਗਾ ਅਤੇ ਆਪਣੀ ਸ਼ਕਤੀ ਵੇਸਟ ਨਹੀਂ ਕਰੇਗਾ। ਜਦੋਂ ਮੈਂਟਲੀ ਸਟਰੋਂਗ ਹੋ ਗਏ ਤਾਂ ਸਟ੍ਰੈਸ ਤਾਂ ਖਤਮ ਹੋ ਗਿਆ, ਵਿਅਕਤੀ ਦੇ ਚਾਲ ਚੱਲਣ ਵਿੱਚ ਨਜ਼ਰ ਆਵੇਗਾ। ਅਸੀਂ ਆਪਣੇ ਆਪ ਨੂੰ ਦੇਖਣਾ ਹੈ ਕਿ ਅਸੀਂ ਵਾਤਾਵਰਨ ਕਿਸ ਤਰ੍ਹਾਂ ਦਾ ਬਣਾਇਆ ਹੋਇਆ ਹੈ। ਅਸੀਂ ਆਪਣੇ ਸਟ੍ਰੈਸ ਫੈਕਟਰ ਨੂੰ ਕਿੰਨਾ ਕੁ ਜ਼ਿਆਦਾ ਵਧਾਇਆ ਹੋਇਆ ਹੈ, ਕਿਉਂਕਿ ਉਹ ਹੀ ਸਾਡੇ ਪਰਿਵਾਰ ਤੱਕ ਜਾ ਰਿਹਾ ਹੈ। ਟੀਚਰ, ਲੋਕ, ਸਕੂਲ ਸਭ ਕੁਝ ਨਾ ਕੁਝ ਕਹਿੰਦੇ ਹੀ ਰਹਿਣਗੇ। ਜਿੰਨਾ ਵੀ ਚੰਗੇ ਜਾਂ ਮਾੜੇ ਹਾਲਾਤਾਂ ਵਿੱਚੋਂ ਅਸੀਂ ਗੁਜ਼ਰਦੇ ਜਾਵਾਂਗੇ, ਸਾਡੀ ਇਨਰ ਸਟਰੈਂਥ ਵੱਧਦੀ ਜਾਵੇਗੀ। ਦੇਖਦੇ ਹੋਏ ਨਹੀਂ ਦੇਖਣਾ ਹੈ, ਸੁਣਦੇ ਹੋਏ ਨਹੀਂ ਸੁਣਨਾ ਹੈ। ਆਪਣੀ ਸਪੈਸ਼ਲਿਟੀ ਯੂਜ਼ ਕਰਦੇ ਕਰਦੇ ਆਪਣੀ ਆਂਤਰਿਕ ਸ਼ਕਤੀ ਨੂੰ ਵਧਾਉਂਦੇ ਜਾਣਾ ਹੈ। ਹੁਣ ਤੱਕ ਅਸੀਂ ਇਸ ਨੂੰ ਮੰਨ ਕੇ ਹੀ ਜੀ ਰਹੇ ਸੀ ਕਿ ਜਿੰਨਾ ਪ੍ਰੈਸ਼ਰ ਵੱਧਦਾ ਗਿਆ ਹੈ, ਮੈਂ ਆਪਣੇ ਆਪ ਨੂੰ ਉਸੇ ਹਿਸਾਬ ਨਾਲ ਢਾਲ ਲਿਆ ਹੈ। ਇਹ ਤਾਂ ਕਰਨਾ ਹੀ ਪੈਣਾ ਹੈ। ਇਹ ਸਭ ਚੀਜ਼ਾਂ ਤਾਂ ਕਰਨੀਆਂ ਹੀ ਪੈਣੀਆਂ ਹਨ। ਕਰਨਾ ਤਾਂ ਹੈ, ਪਰ ਇਕਾਗਰ ਮਨ ਨਾਲ ਕਰਨਾ ਜਾਂ ਬਿਖਰੇ ਹੋਏ ਮਨ ਨਾਲ ਕਰਨਾ, ਇਹ ਫਰਕ ਹੈ। ਬੱਚਿਆਂ ਨੂੰ ਪੜ੍ਹਾਉਣਾ ਵੀ ਹੈ, ਤਿਆਰੀ ਵੀ ਕਰਨੀ ਹੈ, ਸਭ ਕੁਝ ਕਰਨਾ ਹੈ, ਪਰ ਕਿਸ ਸੋਚ ਨਾਲ ਕਰਨਾ ਹੈ, ਇਹ ਬਹੁਤ ਮਹੱਤਵਪੂਰਨ ਹੈ। ਅਤੇ ਇਸ ਨਾਲੋਂ ਵੀ ਮਹੱਤਵਪੂਰਨ ਹੋ ਜਾਂਦਾ ਹੈ ਕਿ ਅਸੀਂ ਕਿਸ ਅਵਸਥਾ ਵਿੱਚ ਰਹਿ ਕੇ ਕਰ ਰਹੇ ਹਾਂ। ਕਦੇ ਕਦੇ ਕਹਿੰਦੇ ਹਨ ਕਿ ਮੇਰੀ ਬੁੱਧੀ ਅੱਜ ਕੱਲ੍ਹ ਚੰਗੀ ਚੱਲਦੀ ਹੈ ਅਤੇ ਕਦੇ ਕਦੇ ਬੁੱਧੀ ਕੰਮ ਨਹੀਂ ਕਰਦੀ ਹੈ। ਮਨ ਉਲਝ ਜਾਂਦਾ ਹੈ। ਅਸੀਂ ਸੋਚਦੇ ਹਾਂ ਇਸ ਤਰ੍ਹਾਂ ਹੋਣਾ ਤਾਂ ਸੁਭਾਵਿਕ ਹੈ। ਜੇਕਰ ਇਹ ਸੁਭਾਵਿਕ ਹੈ ਤਾਂ ਇਕਾਗਰਤਾ ਦੀ ਤਾਂ ਪਰਿਭਾਸ਼ਾ ਹੀ ਬਦਲ ਗਈ। ਸਾਰੇ ਲੋਕ ਕਹਿੰਦੇ ਹਨ ਕਿ ਕੰਮ ਨੂੰ ਇਕਾਗਰਤਾ ਨਾਲ ਕਰੋ ਤਾਂ ਸਫਲਤਾ ਜ਼ਰੂਰ ਮਿਲੇਗੀ, ਪਰ ਜੇ ਅਸੀਂ ਉਲਝਣ ਨੂੰ ਸੁਭਾਵਿਕ ਮੰਨੀਏ ਤਾਂ ਇਕਾਗਰਤਾ ਤਾਂ ਗੁੰਮ ਹੋ ਜਾਵੇਗੀ। ਆਤਮਾ ਦੇ ਅੰਦਰ ਦੋ ਸ਼ਕਤੀਆਂ ਹਨ, ਮਨ ਅਤੇ ਬੁੱਧੀ। ਮਨ ਵਿੱਚ ਹਰ ਵੇਲੇ ਵਿਚਾਰ ਆਉਂਦੇ ਹਨ
ਜੋ ਚਿੱਤਰ ਅਤੇ ਚਰਿੱਤਰ ਦੇ ਰੂਪ ਵਿੱਚ ਹੁੰਦੇ ਹਨ। ਉਹਨਾਂ ਨੂੰ ਦੇਖਣੇ ਦਾ ਕੰਮ ਸਾਡੀ ਬੁੱਧੀ ਕਰਦੀ ਹੈ। ਇਕਾਗਰਤਾ ਦਾ ਸਰਲ ਅਤੇ ਸਹਿਜ ਅਰਥ ਹੈ ਕਿ ਮਨ ਉੱਪਰ ਆਉਣੇ ਵਾਲੇ ਚਿੱਤਰਾਂ ਅਤੇ ਚਰਿੱਤਰਾਂ ਨੂੰ ਬੁੱਧੀ ਦੇਖੇ। ਇਹ ਕੰਮ ਦੋਨੋਂ ਇੱਕ ਸਮੇਂ ਹੋਵੇ, ਉਸ ਨੂੰ ਇਕਾਗਰ ਕਿਹਾ ਜਾਂਦਾ ਹੈ। ਮਨ ਦੇ ਪਰਦੇ ਉੱਪਰ ਜੋ ਤਸਵੀਰ ਆਵੇ, ਬੁੱਧੀ ਉਹੀ ਤਸਵੀਰ ਦੇਖੇ ਅਤੇ ਉਹ ਉਸ ਸਮੇਂ ਹੀ ਉਹੀ ਸੋਚੇ, ਤਾਂ ਕਿਹਾ ਜਾਵੇਗਾ ਕਿ ਇਕਾਗਰ ਹੋ ਗਿਆ ਹੈ। ਅੱਜ ਇਸ ਇਕਾਗਰਤਾ ਦੀ ਕਮੀ ਹੋਣੇ ਦੇ ਕਾਰਨ ਸਾਨੂੰ ਸਫਲਤਾ ਨਹੀਂ ਮਿਲਦੀ। ਇੱਕੋ ਵਾਰੀ ਇੰਨੇ ਸਾਰੇ ਵਿਚਾਰ ਮਨ ਦੇ ਪਰਦੇ 'ਤੇ ਆਉਂਦੇ ਹਨ ਕਿ ਬੁੱਧੀ ਨੂੰ ਸਮਝ ਨਹੀਂ ਆਉਂਦੀ ਕਿ ਕੀ ਦੇਖਾਂ ਤੇ ਕੀ ਨਾ ਦੇਖਾਂ। ਫਿਰ ਭਰਮ ਵਿੱਚ ਆ ਜਾਂਦੀ ਹੈ ਤਾਂ ਉਲਝ ਜਾਂਦੀ ਹੈ। ਇਸੇ ਕਾਰਨ ਅੱਜ ਲੋਕਾਂ ਅੰਦਰ ਭੁਲੱਕੜਪਨ ਆ ਗਿਆ ਹੈ। ਜਿਸ ਤਰ੍ਹਾਂ ਘਰੋਂ ਨਿਕਲਦੇ ਸਮੇਂ ਲੌਕ ਲਗਾਉਣਾ ਭੁੱਲ ਜਾਣਾ, ਫੋਨ ਭੁੱਲ ਜਾਣਾ, ਤਵੇ 'ਤੇ ਰੋਟੀ ਜਲ ਜਾਣਾ, ਪੈਸੇ ਕਿਤੇ ਰੱਖ ਕੇ ਭੁੱਲ ਜਾਣਾ। ਇਸ ਨੂੰ ਵਿਗਿਆਨਕ ਤਰੀਕੇ ਨਾਲ ਇਸ ਤਰ੍ਹਾਂ ਸਮਝ ਸਕਦੇ ਹਾਂ ਕਿ ਸਾਡੀਆਂ ਅੱਖਾਂ ਇੱਕ ਕੈਮਰੇ ਦੀ ਤਰ੍ਹਾਂ ਹਨ, ਪਰ ਇਹ ਕੈਮਰਾ ਰੂਪੀ ਅੱਖਾਂ ਵੀ ਮਨ ਦੇ ਇਸ਼ਾਰੇ ਨਾਲ ਚੱਲਦੀਆਂ ਹਨ। ਜਦੋਂ ਅਸੀਂ ਕੈਮਰੇ ਨਾਲ ਫੋਟੋ ਬਣਾਉਂਦੇ ਹਾਂ, ਉਸ ਸਮੇਂ ਜਿਨ੍ਹਾਂ ਚੀਜ਼ਾਂ ਜਾਂ ਵਿਅਕਤੀਆਂ ਦੀ ਫੋਟੋ ਖਿੱਚੀ ਦੇਖਿਆ, ਇੱਥੇ ਫੋਟੋ ਖਿੱਚਣ ਦਾ ਮਤਲਬ ਹੈ ਬੁੱਧੀ ਦੁਆਰਾ ਦੇਖਣਾ ਅਤੇ ਕੈਮਰਾ ਘੁਮਾਉਣਾ ਸ਼ੁਰੂ ਕੀਤਾ ਅਤੇ ਫਿਲਮ ਬਣਨੀ ਸ਼ੁਰੂ ਹੋ ਗਈ। ਪਰ ਜੇ ਤੁਹਾਨੂੰ ਇਹ ਖਿਆਲ ਨਹੀਂ ਹੈ ਕਿ ਕਿਸ ਚੀਜ਼ ਦੀ ਫਿਲਮ ਬਣਾਉਣੀ ਹੈ, ਤਾਂ ਕੈਮਰਾ ਤਾਂ ਜੋ ਵੀ ਕੈਮਰੇ ਦੇ ਮੂਹਰੇ ਆਵੇਗਾ ਉਸ ਦੀ ਫਿਲਮ ਬਣਾ ਦੇਵੇਗਾ। ਜਦੋਂ ਤੁਸੀਂ ਫਿਲਮ ਦੇਖੋਗੇ ਤਾਂ ਕਹੋਗੇ, ਇਹਨਾਂ ਵਿਅਕਤੀਆਂ ਦੀ ਫਿਲਮ ਤਾਂ ਮੈਂ ਬਣਾਈ ਹੀ ਨਹੀਂ, ਇਹ ਕਿਸ ਤਰ੍ਹਾਂ ਫਿਲਮ ਵਿੱਚ ਆ ਗਏ। ਬਸ ਇਹੀ ਕਿਰਿਆ ਸਾਡੇ ਭੁੱਲਣੇ 'ਤੇ ਲਾਗੂ ਹੁੰਦੀ ਹੈ। ਜਿਸ ਤਰ੍ਹਾਂ ਜਦੋਂ ਅਸੀਂ ਰੋਟੀ ਬਣਾ ਰਹੇ ਹੁੰਦੇ ਹਾਂ, ਤਾਂ ਰੋਟੀ ਬਣਾਉਣ ਦਾ ਢੰਗ ਤਾਂ ਪਹਿਲਾਂ ਹੀ ਸਾਡੀ ਬੁੱਧੀ ਵਿੱਚ ਹੈ, ਸਿੱਖਿਆ ਹੋਇਆ ਹੈ। ਇਸ ਲਈ ਬਹੁਤ ਜਲਦੀ ਰੋਟੀ ਬਣਾ ਲੈਂਦੇ ਹਾਂ। ਜਦੋਂ ਅਸੀਂ ਕਿਤੇ ਜਾਣਾ ਹੁੰਦਾ ਹੈ, ਰੋਟੀ ਪਕਾਉਂਦੇ ਪਕਾਉਂਦੇ ਅਸੀਂ ਹੋਰ ਕੰਮ ਕਰਨ ਲੱਗ ਜਾਂਦੇ ਹਾਂ। ਟੈਕਸੀ ਵੀ ਆਉਣ ਵਾਲੀ ਹੈ, ਪਤਾ ਨਹੀਂ ਘਰ ਦੇ ਮੈਂਬਰ ਜਾਣ ਲਈ ਹਜੇ ਤਿਆਰ ਹੀ ਹੋਏ ਕਿ ਨਹੀਂ। ਇਸ ਵੇਲੇ ਮਨ ਅਲੱਗ ਕੰਮ ਕਰ ਰਿਹਾ ਹੈ, ਬੁੱਧੀ ਅਲੱਗ ਕੰਮ ਕਰ ਰਹੀ ਹੁੰਦੀ ਹੈ। ਇਸ ਨੂੰ ਕਹਿੰਦੇ ਹਨ ਕਿ ਸਾਡਾ ਧਿਆਨ ਕਿਤੇ ਹੋਰ ਹੈ, ਤਾਂ ਰੋਟੀ ਤਾਂ ਜਲਣੀ ਸੁਭਾਵਿਕ ਹੈ। ਜਿਸ ਤਰ੍ਹਾਂ ਕੋਈ ਚੀਜ਼ ਰਿਕਾਰਡ ਕਰਨੀ ਹੁੰਦੀ ਹੈ, ਪਲੇ ਬਟਨ ਅਤੇ ਰਿਕਾਰਡਿੰਗ ਬਟਨ ਇਕੱਠੇ ਦਬਾਉਣੇ ਹਨ, ਅਤੇ ਅੱਜ ਸਾਡਾ ਮਨ ਪਲੇ ਬਟਨ ਹੈ ਅਤੇ ਬੁੱਧੀ ਰਿਕਾਰਡਿੰਗ ਬਟਨ ਹੈ। ਦੋਨੋਂ ਅਲੱਗ-ਅਲੱਗ ਚੱਲ ਰਹੇ ਹਨ, ਇਸ ਲਈ ਰਿਕਾਰਡਿੰਗ ਠੀਕ ਨਹੀਂ ਹੋ ਰਹੀ ਹੈ। ਇਕਾਗਰਤਾ ਦੀ ਸ਼ਕਤੀ ਲਈ ਸਭ ਤੋਂ ਪਹਿਲਾਂ ਮਨ ਵਿੱਚ ਫਜ਼ੂਲ ਰਿਕਾਰਡਿੰਗ ਨਹੀਂ ਹੋਣ ਦੇਣੀ ਅਤੇ ਬੁੱਧੀ ਨੂੰ ਫਜ਼ੂਲ ਦੇਖਣ ਨਹੀਂ ਦੇਣਾ। ਮਨ ਅਤੇ ਬੁੱਧੀ ਨੂੰ ਆਤਮਾ ਉੱਤੇ ਟਿਕਾਉਣਾ ਹੈ। ਮਨ ਦੇ ਪਰਦੇ ਉੱਤੇ ਆਤਮਾ ਨੂੰ ਦੇਖਣਾ ਹੈ। ਬੁੱਧੀ ਦੁਆਰਾ ਜਾਣ ਬੁੱਝ ਕੇ ਸਾਨੂੰ ਇਹ ਕੰਮ ਬਾਰ-ਬਾਰ ਕਰਨਾ ਪਵੇਗਾ, ਤਾਂ ਮਨ ਸਹਿਜ ਹੀ ਇਕਾਗਰ ਹੋ ਜਾਵੇਗਾ। ਸਤਿ ਸ੍ਰੀ ਅਕਾਲ।